ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਨ ਜੀਜੈ। ਮੈਂ ਨਾ ਮਰਉ ਮਰਬੂ ਸੰਸਾਰ, ਅਬ ਮੋਹਿ ਮਿਲਿਓ ਹੈ ਜੀਆਵਨ ਹਾਰਾ। ਯਾ ਦੇਹੀ ਪਰਮਲ ਮਹਿਕੰਦਾ, ਤਾਂ ਸੁਖ ਬਿਸਰੇ ਪਰਮਾਨੰਦਾ। ਊਟਾ ਏਕ ਪੰਚ ਪਨਹਾਰੀ, ਟੂਟੀ ਲਾਜ ਪਰੈ ਮਤ ਹਾਰੀ। ਕਹੋ ਕਬੀਰ ਇਕ ਬੁੱਧ ਵਿਚਾਰੀ, ਨਾ ਉਹ ਕੂਟਾ ਨਾ ਪਨਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਬੜੇ ਸਤਿਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਗੁਰੂ ਸਵਾਰਿਆਂ ਪਾਸੋਂ ਲਾਹਾ ਪ੍ਰਾਪਤ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 325 ਉੱਪਰ ਸੁਭਾਇਮਾਨ ਹੈ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਸਤਿਗੁਰਾਂ ਨੇ ਇੱਕ ਤਾਂ ਸਰੀਰਕ ਮੌਤ ਦਾ ਬਾਣੀ ਵਿੱਚ ਜ਼ਿਕਰ ਕੀਤਾ ਹੈ, ਜਿਵੇਂ ਕੱਲ੍ਹ ਦੇ ਸ਼ਬਦ ਵਿੱਚ ਆਪਾਂ ਮਹਾਰਾਜ ਦੀ ਇਹ ਵਿਚਾਰ ਸਮਝਣ ਦਾ ਯਤਨ ਕੀਤਾ ਸੀ। ਉਪਜੈ ਨਿਪਜੈ ਨਿਪਜ ਸਮਾਈ, ਨੈਣਾਂ ਦੇਖਤ ਇਹ ਜਗ ਜਾਈ। ਜਿਸ ਨੂੰ ਮਹਾਰਾਜ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਜੋ ਜਨਮੈ ਸੋ ਜਾਨੋ ਮੁਆ, ਜੋ ਆਇਆ ਸੋ ਚੱਲਸੀ, ਸਭ ਕੋਈ ਆਈ ਵਾਰੀ ਹੈ। ਜਨਮੰ ਤਾਂ ਮਰਣੰ, ਜਿਸ ਨੇ ਜਨਮ ਲਿਆ ਹੈ ਅਖੀਰ ਨੂੰ ਉਹ ਮੌਤ ਦਾ ਖਾਜਾ ਬਣੇਗਾ। ਇਹ ਸਾਰੇ ਬਚਨ ਮਹਾਰਾਜ ਦੇ ਸਰੀਰਕ ਮੌਤ, ਇਸ ਦਿਸ ਦੇ ਪਸਾਰੇ ਦਾ ਖਾਤਮਾ, ਦ੍ਰਿਸ਼ਟਮਾਨ ਹੈ ਸਗਲ ਮਿਥੇਨਾ ਇਤਿਆਦਿਕ ਦੇ ਪਰਥਾਏ ਨੇ। ਪਰ ਜਿਸ ਪਾਵਨ ਸ਼ਬਦ ਆਪ ਜੀ ਨੇ ਪਾਠ ਸਰਵਣ ਕੀਤਾ, ਇਸ ਦੇ ਰਹਾਉ ਦੇ ਬੰਦ ਵਿੱਚ ਭਗਤ ਕਬੀਰ ਸਾਹਿਬ ਜੀ ਇੱਕ ਹੋਰ ਮੌਤ ਦਾ ਜ਼ਿਕਰ ਵੀ ਕਰ ਰਹੇ। ਉਸ ਮੌਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਤਮਿਕ ਮੌਤ, ਅੰਤਰਾਤਮੇ ਵਿੱਚੋਂ ਪਰਮੇਸ਼ਰ ਦੇ ਪ੍ਰਤੀ ਗੁਣਾਂ ਦਾ ਅਹਿਸਾਸ ਖਤਮ ਹੋ ਜਾਣਾ, ਇਸ ਰੂਪ ਵਿੱਚ ਵਿਦਵਾਨ ਜਨਾਂ ਨੇ ਇਸ ਦੇ ਅਰਥ ਕੀਤੇ ਨੇ। ਆਪ ਜੀ ਜਦੋਂ ਸ਼ਾਮ ਨੂੰ ਸੋਦਰ ਦੀ ਬਾਣੀ ਦਾ ਪਾਠ ਕਰਦੇ ਹੋ, ਗੁਰੂ ਨਾਨਕ ਮਹਾਰਾਜ ਦਾ ਇਹ ਵਾਕ ਪੜ੍ਹਦੇ ਹੋ, ਆਖਾਂ ਜੀਵਾਂ ਵਿਸਰੈ ਮਰ ਜਾਉ। ਹੇ ਵਾਹਿਗੁਰੂ, ਮੈਂ ਤੈਨੂੰ ਆਖਦਾ ਹਾਂ, ਭਾਵ ਤੇਰੇ ਗੁਣਾਂ ਦਾ ਵਰਣਨ ਕਰਦਾ, ਤੇਰੀ ਸਿਫਤ ਕਰਦਾ, ਤੇਰੀ ਵਡਿਆਈ ਕਰਦਾ, ਤੇਰੇ ਗੁਣਾਂ ਨਾਲ ਜੁੜਦਾ,
ਤੇਰੇ ਨਾਮ ਤੇਰੀ ਇਬਾਦਤ ਵਿੱਚ ਜੁੜਦਾ ਤੇ ਜਿਉਂਦਾ ਆਖਾਂ ਜੀਵਾਂ। ਤੇ ਅਗਲਾ ਬਚਨ ਹੈ ਵਿਸਰੈ ਮਰ ਜਾਉ। ਤੂੰ ਜਦੋਂ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ, ਤਾਂ ਉਦੋਂ ਮੈਂ ਮਰ ਜਾਂਦਾ ਹਾਂ। ਇਹ ਕਿਹਾ ਜੀਵਨ ਹੈ ਜਿਹੜਾ ਉਸ ਨੂੰ ਆਖਣ ਨਾਲ ਮਿਲ ਰਿਹਾ ਹੈ, ਤੇ ਉਹ ਕਿਹੜੀ ਮੌਤ ਹੈ ਜਿਹੜੀ ਉਸ ਨੂੰ ਵਿਸਾਰ ਕੇ, ਉਸ ਨੂੰ ਭੁਲਾ ਕੇ ਜੀਵ ਨੂੰ ਆਉਂਦੀ ਹੈ। ਅਸੀਂ ਤੇ ਸੰਸਾਰ ਦੇ ਜੀਵ ਪਰਮੇਸ਼ਰ ਨੂੰ ਭੁੱਲ ਕੇ ਵੀ ਸਰੀਰਕ ਹਯਾਤੀ, ਸਰੀਰਕ ਉਮਰ, ਸਰੀਰਕ ਜੀਵਨ ਹੰਢਾ ਹੀ ਰਹੇ ਹਾਂ। ਨਾ ਨਬਜ਼ ਰੁਕ ਰਹੀ ਹੈ, ਨਾ ਸਾਹ ਆਉਣੇ ਬੰਦ ਹੋਏ ਨੇ। ਵੀ ਰੱਬ ਨੂੰ ਭੁਲਾ ਦਿੱਤਾ ਹੋਵੇ ਤੇ ਕਿਸੇ ਨੂੰ ਸਾਹ ਆਉਣਾ ਬੰਦ ਹੋ ਗਿਆ ਹੋਵੇ। ਉਹ ਕਿਹੜਾ ਜੀਵਨ ਹੈ ਜਿਹੜਾ ਉਸ ਦੀ ਯਾਦ ਵਿੱਚ ਹੈ? ਉਹ ਕਿਹੜੀ ਮੌਤ ਹੈ ਜਿਹੜੀ ਉਸ ਨੂੰ ਭੁੱਲ ਕੇ ਹੈ? ਮਹਾਰਾਜ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਮਰਣੰ ਬਿਸਰਣੰ ਗੋਬਿੰਦਾ ਜੀਵਨੰ ਹਰਿਨਾਮ ਧਿਆਵਣਾ। ਗੋਬਿੰਦ ਨੂੰ ਵਿਸਾਰ ਦੇਣਾ ਮੌਤ ਹੈ, ਉਸ ਨੂੰ ਧਿਆਉਣਾ ਹੀ ਜੀਵਨ ਹੈ। ਤੋ ਇੱਥੇ ਸਮਝਣਾ ਪਏਗਾ ਵੀ ਮਹਾਰਾਜ ਜੀਵਨ ਦੇ ਅਰਥ ਕੀ ਕਰਦੇ ਨੇ, ਮੌਤ ਦੇ ਅਰਥ ਕੀ ਕਰਦੇ ਨੇ। ਗੁਰੂ ਸਾਹਿਬ ਨੇ ਆਖਿਆ ਵੀ ਇਕੱਲਾ ਨਬਜ਼ ਚੱਲਣੀ, ਸਾਹ ਆਉਣਾ ਜਾਂ ਸਰੀਰਕ ਪ੍ਰਕਿਰਿਆ ਚੱਲਦੀ ਰਹਿਣੀ, ਇਹੀ ਇਕੱਲਾ ਜੀਵਨ ਨਹੀਂ ਹੈ। ਇਹ ਫਿਜ਼ੀਕਲੀ ਤੇ ਹੈ, ਪਰ ਆਤਮਿਕ ਜੀਵਨ ਦੀਆਂ ਇਕੱਲੀਆਂ ਇਹ ਨਿਸ਼ਾਨੀਆਂ ਨਹੀਂ। ਸਤਿਗੁਰੂ ਮਹਾਰਾਜ ਨੇ ਆਖਿਆ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ, ਸਰੀਰ ਡੈਡ ਹੋ ਗਿਆ, ਖਤਮ ਹੋ ਗਿਆ। ਇਹ ਸਰੀਰਕ ਮੌਤ ਤੇ ਹੈ, ਪਰ ਇਸ ਤੋਂ ਬਿਨਾਂ ਵੀ ਇੱਕ ਮੌਤ ਹੈ ਜਿਸ ਨੂੰ ਭਗਤ ਕਬੀਰ ਜੀ ਮਹਾਰਾਜ ਜਿਸ ਰਹਾਉ ਦੇ ਬੰਦ ਵਿੱਚ ਬਖਸ਼ਿਸ਼ ਕਰ ਰਹੇ ਨੇ। ਮੈਂ ਨਾ ਮਰਉ ਮਰਬੋ ਸੰਸਾਰਾ। ਕਹਿੰਦੇ ਮੈਂ ਨਹੀਂ ਮਰਦਾ, ਮੈਨੂੰ ਮੌਤ ਨਹੀਂ ਆਉਂਦੀ, ਮੈਂ ਨਹੀਂ ਮਰਾਂਗਾ, ਸੰਸਾਰ ਮਰਬੋ। ਸੰਸਾਰ ਮਰ ਰਿਹਾ ਹੈ, ਮਰਦਾ ਰਹੇਗਾ, ਮਰਦਾ ਆਇਆ ਹੈ। ਇਹ ਕਿਹੋ ਜਿਹੀ ਗੱਲ ਹੋਈ? ਜੇ ਕਬੀਰ ਜੀ ਮਹਾਰਾਜ ਨੇ ਮਾਂ ਦੀ ਕੁੱਖ ਤੋਂ ਦੂਜਿਆਂ ਵਾਂਗ ਜਨਮ ਲਿਆ ਤੇ ਕਬੀਰ ਜੀ ਕਿਵੇਂ ਜੀਣਗੇ? ਤੇ ਸੰਸਾਰ ਇਕੱਲਾ ਕਿਵੇਂ ਮਰ ਜਾਏਗਾ? ਪਰਮੇਸ਼ਰ ਵਾਹਿਗੁਰੂ ਦਾ ਹੁਕਮ ਤੇ ਸਭਨਾਂ ਉੱਤੇ ਇਕਸਾਰ ਲਾਗੂ ਹੈ। ਜੋ ਆਇਆ ਸੋ ਚੱਲਸੀ ਹੈ, ਉਪਜੈ ਨਿਪਜੈ ਨਿਪਜ ਸਮਾਈ, ਨੈਣਾ ਦੇਖਤੇ ਜਗ ਜਾਈ। ਖੁਦ ਹੀ ਉਹਨਾਂ ਨੇ ਲਿਖਿਆ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਨਾੰਤ ਖੇ ਕੀ ਖੇ। ਖੁਦ ਹੀ ਬਾਬਾ ਕਬੀਰ ਜੀ ਮਹਾਰਾਜ ਨੇ ਲਿਖਿਆ। ਤੋ ਇੱਥੇ ਭਾਵ ਆਤਮਿਕ ਜੀਵਨ ਤੋਂ ਕੀ ਹੈ? ਆਪਾਂ ਇੱਕ ਉਦਾਹਰਣ ਨਾਲ ਗੱਲ ਨੂੰ ਹੋਰ ਸੌਖਿਆਂ ਸਮਝਣ ਦਾ ਯਤਨ ਕਰਦੇ ਹਾਂ। ਬਾਣੀ ਦਾ ਵਾਕ ਤੇ ਬਹੁਤ ਉੱਚਾ ਹੈ, ਪਰ ਜਦੋਂ ਆਪਾਂ ਉਹਨੂੰ ਸਮਝਦੇ ਹਾਂ ਤੇ ਆਪਾਂ ਆਪਣੇ ਪੱਧਰ ਦੇ ਉੱਤੇ ਕੁਝ ਉਦਾਹਰਣਾਂ ਨੂੰ ਲੈ ਕੇ ਵਾਕ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਬੱਚਾ ਜਾਂ ਇੱਕ ਭਰਾ ਆਪਣੇ ਮਾਂ-ਬਾਪ ਨਾਲ ਜਾਂ ਆਪਣੇ ਭਰਾ ਨਾਲ ਵਰਤਣਾ ਛੱਡ ਦਿੰਦਾ। ਵਰਤਣਾ ਹੀ ਨਹੀਂ ਛੱਡਦਾ, ਬਲਕਿ ਉਹ ਉਹਦੇ ਲਈ ਪ੍ਰੋਬਲਮ ਵੀ ਕ੍ਰੀਏਟ ਕਰ ਦਿੰਦਾ। ਇੱਕ ਬੱਚਾ ਜਦੋਂ, ਉਦਾਹਰਣ ਦੇਣਾ, ਮਾਂ-ਬਾਪ ਦੀ ਇੱਜ਼ਤ ਨੂੰ ਵਧਾਉਣ ਦੀ ਬਜਾਏ ਜਾਂ ਬਰਕਰਾਰ ਰੱਖਣ ਦੀ ਬਜਾਏ ਉਹਨੂੰ ਘਟਾਉਣ ਵੱਲ ਤੁਰ ਪਵੇ, ਰੋਜ਼ ਹੀ ਚੜ੍ਹਦੇ ਦਿਨ ਹਰ ਰਾਤ ਉਹਨਾਂ ਲਈ ਪਰੇਸ਼ਾਨੀ ਦਾ ਸਬੱਬ ਬਣੇ, ਉਹਨਾਂ ਨੂੰ ਥਾਂ ਥਾਂ ਦੇ ਉੱਤੇ ਉਹਦੀ ਵਜ੍ਹਾ ਕਰਕੇ, ਔਲਾਦ ਕਰਕੇ ਧੱਕੇ ਖਾਣੇ ਪੈਣ, ਜਲੀਲ ਹੋਣਾ ਪਵੇ, ਖੁਆਰ ਹੋਣਾ ਪਵੇ, ਨਾ ਘਰ ਬਚੇ, ਨਾ ਘਾਟ, ਨਾ ਸਿਹਤ, ਨਾ ਇੱਜ਼ਤ, ਨਾ ਮਾਣ ਮਰਿਆਦਾ, ਹਰ ਚੀਜ਼ ਜਦੋਂ ਦਾਅ ਤੇ ਲੱਗ ਜਾਏ ਤੇ ਅੱਕ ਕੇ ਪਿਆਰ ਕਰਨ ਵਾਲੀ, ਜਨਮ ਦੇਣ ਵਾਲੀ ਮਾਂ, ਪਾਲਣ ਵਾਲਾ ਤੇ ਮੁਹੱਬਤ ਕਰਨ ਵਾਲਾ ਪਿਓ ਆਪਣੀ ਔਲਾਦ ਨੂੰ ਕਹਿ ਦਿੰਦਾ, ਜਾ ਦਫਾ ਹੋ, ਅੱਜ ਤੋਂ ਬਾਅਦ ਤੂੰ ਸਾਡੇ ਲਈ ਮਰ ਗਿਆ, ਅਸੀਂ ਤੇਰੇ ਲਈ ਮਰ ਗਏ। ਇਹਦਾ ਕੀ ਮਤਲਬ ਹੈ? ਭਾਵ ਤੇਰੇ ਤੇ ਸਾਡੇ ਵਿਚਕਾਰ ਕੋਈ ਨਾਤਾ, ਕੋਈ ਰਿਸ਼ਤਾ ਨਹੀਂ ਰਿਹਾ, ਕੋਈ ਸਾਂਝ ਨਹੀਂ ਹੈ। ਅੱਜ ਤੋਂ ਬਾਅਦ ਜਦੋਂ ਕੋਈ ਸਾਨੂੰ ਪੁੱਛੇਗਾ ਤੁਹਾਡੇ ਕਿੰਨੇ ਬੱਚੇ ਨੇ, ਤੇ ਅਸੀਂ ਤੈਨੂੰ ਘਟਾ ਕੇ ਦੱਸਾਂਗੇ। ਜਦੋਂ ਤੇਰਾ ਜ਼ਿਕਰ ਚੱਲੇਗਾ ਤੇ ਅਸੀਂ ਕਹਾਂਗੇ ਜੀ ਉਹ ਸਾਡੇ ਲਈ ਮਰ ਗਿਆ, ਉਹਦਾ ਸਾਡੇ ਨਾਲ ਜੀਵਨ ਵਿੱਚ ਕੋਈ ਸਥਾਨ ਨਹੀਂ, ਕੋਈ ਜਗ੍ਹਾ ਨਹੀਂ। ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਇਹ ਸੱਚਾਈ ਜਿਹੜੀ ਹੈ ਬਦਲ ਜਾਏਗੀ ਕਿ ਉਹ ਉਹਨਾਂ ਦਾ ਬੱਚਾ ਤੇ ਉਹਦੇ ਮਾਂ ਪਿਓ ਨੇ? ਇਹ ਸੱਚਾਈ ਤੇ ਨਹੀਂ ਨਾ ਬਦਲਦੀ।
सच तो है कि वो उन्हों का बच्चा है, उन्हों का खून है। ये भी सच है भी वो माँ बाप ने उन्होंने जन्म दिता तो पालिया। ये सच्चाई नूं बदल नहीं सकता कोई। पर वो जिहड़ा मरना है ना दोवां दा, भी माँ बाप ने बच्चे नूं कहा तू साडे लई मर गया ते असीं तेरे लई मर गए। इहदा मतलब की सी भी साडे दिल दिमाग विच अज तो बाद तेरे लिए कोई जगह नहीं, ते तू सानू कोई अपने दिल दिमाग विच थां ना देई। कारण यह भी ना साडी जिंदगी विच तेरी कोई थां है ते ना तेरी जिंदगी विच साडी कोई थां है। वो जिहड़ा रिलेशन है, जिहड़ा खून का संबंध होने के बावजूद भी जिहड़ी सांझ है एक रिश्ते वाली, जदों सांझ टुट जाती है तो समझो सारा कुछ ही टुट जाता। उन्होंने आप डिफाइन करते हैं मुहावरे दे विच भी तू साडे लई मर गया असीं तेरे लई मर गए। मतलब जिहदा रिश्ते विच कोई थां ना रह जाए। रिश्ता लख होवे पर रिश्ता तो वही है ना जिहड़ा जीविया जा रहा। ध्यान च रखियो, भरा भावें 4 होण 5 होण 10 होण, जे तुसीं वरतदे नहीं तो रिश्ता जी नहीं रहे। हुण नूं तां भावें जिन्ने मर्जी रिश्ते होण, पति पत्नी का रिश्ता होवे, माँ बाप का रिश्ता होवे, भैन भाई का रिश्ता होवे, रिश्ते तो सारे ही होणगे। पर जे तुसीं वरत रहे हो रिश्ते दे नाल, जी रहे हो, रिश्ते नूं हंडा रहे हो, मान रहे हो, तो फिर तो जिउंदा है, नहीं तो रिश्ता मुर्दियां समान हो जाता। वो जिहड़ी गुरबाणी ने जिस भाव विच गल कीती, मैं सुखली उदाहरण इस करके दिती है भी गल समझ विच आए। असी वाहिगुरू दे पैदा किए हुए, वाहिगुरू कुल खलकत दा पिता है, तू सांझा साहिब बाप म्हारा। ये सच्चाई थोड़ा बदल चली है। ये तो सच ही है ना भी असी वाहिगुरू दे पैदा किए हुए तो वाहिगुरू सबना दा दाता भी है तो पिता भी है। पिता मेरो बड़ो धनी अगमा। पर जदों असी मरदे हाँ उहदे वल्लों, वाहिगुरू तो सानू नहीं भुलाउंदा। जे तैं रब विसारिया तो रब ना विसरे होए, वाहिगुरू सानू नहीं भुलाउंदा। असी जदों वाहिगुरू नूं भुला दिंदे हां ते असी उहदे वल्लों मरियां दे समान हुंदे। वो जीवत है सदीव काल, वो तो है। पर जदों साडी जिंदगी विच उहदे प्रति कोई रिलेशन नहीं रह गया, कोई सांझ नहीं रह गई, कोई मुहब्बत नहीं रह गई, कोई याद आनी नहीं रह गई, कोई स्पेस ही नहीं है, एहसास नहीं उहदे होण दा, वो है भी तो एहसास कोई नहीं होण दा, तो इसका मतलब है असी उहदी याद वल्लों सुरत करके मरे मुक्के हुंदे हां। जो कहते मरे मुक्करे का कोई इलाज नहीं, तो उहदे तो मुकर जाना मरिया समान ही। उन्होंने भुल जाना मतलब वो है ही नहीं। साडी जिंदगी सारी खलकत विच वो है, पर साडी याद विच वो नहीं है, साडे चेते विच वो नहीं है। बस इस गल नूं समझिए, जदों महाराज कहते ना भी तू सब नहीं थाई जिथे हो जाई सच्चा है, तो वह सारियां च, पर साडी याद च है, साडे चेते च है। चीज़ घर विच पई होवे, बड़ी कीमती वस्तु होवे, ते जे तुहानू रखी दा चेता ही नहीं तो तुहाडे वास्ते तो गवाच गई ना। जे तुहानू चेता नहीं भी मैं रखी कित्थे है, सांभी कित्थे है, टिकाई कित्थे है, उहदी जगह कित्थे है, तो चेता भुल जाए तो कई बार सारी उम्र ही चेता नहीं आता भी एक चीज़ सी वो किते रखी है। ना चीज़ का चेता रहा, ना रखी का चेता रहा, जगह का चेता रहा। ये मतलब तुहाडे वालों तो गवाची हुई है ना, भावें राह च डिग पई जां घर च गवाच गई, जो तुहानू पता ही नहीं भी चीज़ की है तो रखी कित्थे है। वो चीज़ तो मौजूद है, चीज़ खत्म नहीं हुई, पर तुहाडे चेते विच नहीं रही, तुहानू भुल गई। जदों किते चेता आउंदा मनुख नूं भी मेरे घर तां आह चीज़ सी, कित्थे रखी है, फिर वो जगह लभदा है कित्थे है। तो पहला स्टैप की हुंदा भी तुहानू चीज़ वस्तु चेते होवे भी आह चीज़ सी घर विच कित्थे है, फिर तुसीं उस जगह नूं खोजदे हो। जे ये चेता है ना भी परमेश्वर है, ये पहला स्टैप है कि तुहानू वस्तु का पता लग गया, फिर तुसीं खोजोगे कित्थों जाना मैं। फिर गुरबाणी कहेगी घर अमृत घट माही जी, निज नूं खोज, अंदर नूं खोज, अंदर नूं जान, उथे है। तो जे पहली गल पहले स्टैप ते ही बंदा नहीं पहुंचया भी उन्होंने पता ही नहीं भी चीज़ की है भी कि नहीं है, चेतियां चों ही बाहर है गल, तो खोजेगा किवें।
ਜਾਣੇਗਾ ਕਿਵੇਂ? ਉਹ ਤਾਂ ਅੱਕੀ ਪਲਾਈ ਹੱਥ ਹੈ ਨਾ। तो पहला एहसास है भी वो वापर रहा है, वो मौजूद है, यही जीवन है। ਜਦੋਂ ਉਸਨੂੰ ਅਸੀਂ ਚੇਤੇ ਵਿੱਚ ਲੈ ਆਂਦਾ ਤੇ ਸਮਝੋ ਅਸੀਂ ਉਹਦੇ ਨਾਲ ਜਿਹੜਾ ਰਿਲੇਸ਼ਨ ਹੈ ਸਾਡਾ, ਜਿਹੜਾ ਰਿਸ਼ਤਾ ਹੈ ਸਾਡਾ, ਉਹਨੂੰ ਮਾਣ ਰਹੇ ਹਾਂ, ਹੰਢਾ ਰਹੇ ਹਾਂ। ਜਿਵੇਂ ਗੁਰੂ ਸਾਹਿਬ ਸਮੁੱਚੀ ਬਾਣੀ ਵਿੱਚ ਉਸੇ ਦੀ ਬਾਤ ਕਰਦਿਆਂ ਉਹਨੂੰ ਘਟ ਘਟ ਵਿੱਚ ਵਸਦਾ ਹੋਇਆ ਵਿਸਮਾਦ ਨਾਦ ਵਿਸਮਾਦ ਵੇਦ, ਉਸ ਨੂੰ ਕਿਤੇ ਗੁਰੂ ਸਾਹਿਬ ਜੀ ਹਰ ਜਗ੍ਹਾ ਤੇ ਮੌਲਦਾ ਖਿੜਦਾ ਹੋਇਆ, ਹਰ ਜੀਵਨ ਦੇ ਅੰਦਰ ਧੜਕਦਾ ਹੋਇਆ, ਜੋਤ ਰੂਪ ਵਿੱਚ, ਹੁਕਮ ਰੂਪ ਵਿੱਚ, ਕਿਸ ਤਰ੍ਹਾਂ ਦੀ ਐਕਸਪਲੇਨੇਸ਼ਨ ਬਾਣੀ ਨੇ ਵਿਆਖਿਆ ਉਹਦੀ ਕੀਤੀ। ਇਹਦਾ ਮਤਲਬ ਗੁਰੂ ਸਾਹਿਬ ਤੇ ਉਹਨੂੰ ਹੰਢਾ ਰਹੇ ਨੇ, ਮਾਣ ਰਹੇ ਨੇ। ਇੰਨੀ ਡੂੰਘੀ ਨੀਝ, ਇੰਨਾ ਡੂੰਘਾ ਅਨੁਭਵ ਕਿਸੇ ਦਾ ਮਾਨਣ ਵਾਲੇ ਦਾ ਹੀ ਹੋ ਸਕਦਾ, ਜਿਹੜਾ ਉਸ ਰਿਸ਼ਤੇ ਨੂੰ, ਵਾਹਿਗੁਰੂ ਦੇ ਨਾਲ ਜਿਹੜੀ ਸਾਂਝ, ਉਹਨੂੰ ਜਿਹੜਾ ਮਾਣ ਰਿਹਾ ਹੈ, ਜਿਹੜਾ ਜੀ ਰਿਹਾ ਹੈ, ਜਿਹੜਾ ਉਹਦੇ ਇੰਨਾ ਨੇੜੇ ਹੈ, ਇਹਨੂੰ ਹਰ ਜਗ੍ਹਾ ਦੇ ਉੱਤੇ ਹੀ ਉਸ ਦਾ ਵਾਸਾ ਮਹਿਸੂਸ ਹੁੰਦਾ ਹੈ। तो इस वास्ते महाराज बख्शिश करते ने, अब मोए मिलियो है जीवनहारा, मैं आत्मक मौते नहीं मरांगा, क्योंकि मैनू आत्मक जीवन देण वाला परमेश्वर वाहिगुरू मेरे अपने हिरदे विचों ही मिल गया है, उस नाल मेरी सांझ बन गई है। तो आरंभ के वाक विच भगत जी महाराज कहते हैं, अवर मूए क्या सोग करीजै। तो एक शरीर की मौत भी कहते हैं, हर बंदा तो शरीर की मौत तो ही चिंता करता है भी मैं जीवां, माड़ी गल नहीं। हसरत इच्छा होनी भी मेरे को आ वस्तु होवे, कोई माड़ी खेड़ नहीं है, पर जीवन के कुछ अर्थ भी होण, ये भी गुरबाणी ने नाल बयान किया। जिहड़े बंदे दी 30 साल सज़ा वांग लंघी है, उन्होंने जे 1000 साल भी मिल जाए तो की बदलण लगे भला सोचो। ਹੁਣ ਤਾਂ ਸਜ਼ਾ ਹੀ ਕੱਟਣੀ, ਉਹ ਤਾਂ ਸਜ਼ਾ 'ਚ ਵਾਧਾ ਮੰਗ ਰਿਹਾ। ਵਾਹਿਗੁਰੂ ਸਜ਼ਾ ਲੰਮੀ ਕਰ ਦੇ, ਭੋਗਣੀ ਮੈਂ ਸਜ਼ਾ ਹੈ, ਪਰ ਇੰਨੀ ਲੰਮੀ ਸਜ਼ਾ ਕਰ ਦੇ ਵੀ ਇਹ ਹਜ਼ਾਰਾਂ ਸਾਲਾਂ ਦੀ ਹੋਵੇ। ਜਿੱਦਾਂ ਦੇ 30 ਲੰਘੇ, ਇੱਦਾਂ ਦੇ 60 ਲੰਘਣਗੇ, ਇੱਦਾਂ ਦੇ 90 ਲੰਘਣਗੇ, ਇੱਦਾਂ ਦੇ 120 ਲੰਘਣਗੇ। ਤੇ ਜੇ ਜੀਵਨ ਹੈ, ਜੇ ਸੱਚਮੁੱਚ ਜੀਵਨ ਦਾ ਅਰਥ ਪਤਾ ਹੈ, ਜੇ ਸੱਚਮੁੱਚ ਜੀਵਨ ਨੂੰ ਮਾਣਿਆ ਜਾ ਰਿਹਾ ਹੈ, ਤੇ ਫਿਰ ਗੱਲ ਹੀ ਹੋਰ ਹੋ, ਫਿਰ ਅਰਦਾਸ ਵੀ ਹੋਰ ਹੀ ਤਰ੍ਹਾਂ। ਜੀਵਨ ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਉਹ ਕਈ ਵਾਰ ਇਹ ਹੁੰਦਾ ਵੀ ਸਾਡਾ ਵਿਹਾਰ ਬੜਾ ਮਾੜਾ ਹੋਵੇ, ਅਸੀਂ ਤੇ ਕਹਿੰਦੇ ਹੁੰਦੇ ਆ ਵੀ ਵਾਹਿਗੁਰੂ, ਹਰ ਬੰਦਾ ਕਹਿੰਦਾ ਵਾਹਿਗੁਰੂ ਮੈਨੂੰ ਲੰਮੀ ਉਮਰਾਂ ਬਖਸ਼ੀ, ਪਰ ਆਲੇ ਦੁਆਲੇ ਦੇ ਕਹਿੰਦੇ ਹੁੰਦੇ ਨੇ ਅੱਗੇ ਥੋੜ੍ਹੀ ਕੀਤੀ ਹੈ। ਸਾਨੂੰ ਪੁੱਛ ਕੇ ਵੇਖ, ਸਾਨੂੰ ਪੁੱਛ ਕੇ ਵੇਖ ਵੀ ਤੇਰੀ ਉਮਰ ਕਿੰਨੀ ਹੋਣੀ ਚਾਹੀਦੀ ਹੈ। ਸਾਨੂੰ ਪੁੱਛ ਵੀ ਅਸੀਂ ਤੇਰੇ ਨਾਲ 50 ਕਿਵੇਂ ਕੱਢੇ ਨੇ, 50 ਸਾਲ, ਤੂੰ ਅਜੇ ਹੋਰ ਲੰਮੀ ਉਮਰ ਮੰਗਦਾ ਹੈ। ਤੋ ਜੀਵਨ ਦੇ ਅਰਥ ਕਈ ਵਾਰ ਇਸ ਤਰ੍ਹਾਂ ਵੀ ਪਤਾ ਲੱਗ ਜਾਂਦੇ ਨੇ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ, ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਨ ਜੀਜੈ। ਤਾਂ ਸੋਗ ਕਰੀਏ ਜੇ ਆਪ ਜੀਣਾ ਹੋਵੇ, ਇਹਦੇ ਨਾਲ ਮਾੜੀ ਹੋਈ, ਇਹਨੂੰ ਇਹਦੇ ਨਾਲ ਐਵੇਂ ਨਹੀਂ ਸੀ ਹੋਣੀ, ਤੇਰੇ ਨਾਲ ਵੀ ਤਾਂ ਇਹੋ ਹੋਏਗੀ, ਤੇਰੇ ਨਾਲ ਵੀ ਤਾਂ ਇਹੋ ਬੀਤੇਗੀ। ਫਿਰ ਅਖੀਰ ਦੇ ਉੱਤੇ ਅਗਲੇ ਬੰਦ ਵਿੱਚ ਕਹਿੰਦੇ ਨੇ, ਯਾ ਦੇਹੀ ਪਰਮਲ ਮਹਿਕੰਦਾ, ਤਾਂ ਸੁਖ ਬਿਸਰੇ ਪਰਮਾਨੰਦਾ। ਕਹਿੰਦੇ ਤੂੰ ਇਸ ਦੇਹੀ ਨੂੰ ਬੜੀਆਂ ਸੁਗੰਧੀਆਂ ਮਲ ਮਲ ਕੇ, ਬੜਾ ਸਵਾਰ ਕੇ, ਸ਼ਿੰਗਾਰ ਕੇ, ਭਾਵ ਤੂੰ ਦੇਹੀ ਦੇ ਮੋਹ ਵਿੱਚ ਇਸੇ ਨੂੰ ਹੀ ਸਵਾਰਨ ਦਾ ਉਦਮ ਕਰਦਾ ਰਹਿਣਾ ਹੈ। ਇਹ ਨਹੀਂ ਕਿਹਾ ਵੀ ਦੇਹੀ ਨੂੰ ਸਵਾਰਨਾ ਗਲਤ ਹੈ, ਪਰ ਕਹਿੰਦੇ ਨੇ ਮੋਹ ਵਸ ਹੋ ਕੇ ਤੂੰ ਇਹ ਸੋਚਦਾ ਰਹਿਣਾ ਵੀ ਇਹ ਦੇਹੀ ਸਦਾ ਥਿਰ ਹੈ, ਬਾਕੀ ਫਰਜ਼ ਤੂੰ ਭੁੱਲ ਜਾਂਦਾ। ਅਜਿਹੇ ਸੁੱਖਾਂ ਵਿੱਚ ਤੈਨੂੰ ਪਰਮ ਆਨੰਦ ਦਾ ਸੋਮਾ ਵਾਹਿਗੁਰੂ ਵਿਸਰ ਜਾਂਦਾ ਤੇ ਤੈਨੂੰ ਲੱਗਦਾ ਇਹਨਾਂ ਸਾਧਨਾ ਸਹੂਲਤਾਂ ਵਿੱਚ ਹੀ ਅਸਲ ਖੁਸ਼ੀ ਹੈ, ਇਹਨਾਂ ਸਾਧਨਾ ਸਹੂਲਤਾਂ ਵਿੱਚ ਹੀ ਅਸਲ ਸਕੂਨ ਹੈ, ਅਸਲ ਆਨੰਦ ਹੈ। ਪਰ ਪਰਮ ਆਨੰਦ ਦਾ ਸੋਮਾ ਵਾਹਿਗੁਰੂ ਤੈਨੂੰ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ। ਤਾਂ ਇਹ ਸੁੱਖ ਵੀ ਜਿਹੜੇ ਨੇ ਸਰੀਰ ਦੇ, ਇਹ ਸ਼ਿੰਗਾਰ ਵੀ ਜਿਹੜੇ ਨੇ ਸਰੀਰ ਦੇ, ਤੈਨੂੰ ਸੁੱਖ ਨਹੀਂ ਪਹੁੰਚਾ ਪਾਉਂਦੇ, ਤੈਨੂੰ ਆਨੰਦ ਨਹੀਂ ਦੇ ਪਾਉਂਦੇ। ਕੂਵਟਾ ਏਕ ਪੰਚ ਪਨਿਹਾਰੀ, ਟੂਟੀ ਲਾਜ ਭਰੈ ਮਤ ਹਾਰੀ। ਕੂਵਟਾ ਕਹਿੰਦੇ ਨੇ ਛੋਟਾ ਜਿਹਾ ਖੂਹ, ਇੱਕ ਖੂਹ ਹੋਵੇ। ਜਿਨ੍ਹਾਂ ਨੇ ਪੁਰਾਣੇ ਖੂਹ ਵੇਖੇ ਨੇ, ਪੁਰਾਣੀ ਉਦਾਹਰਨ ਹੈ ਤੇ ਉਹਦੇ ਹਿਸਾਬ ਨਾਲ ਹੀ ਆਪਾਂ ਨੂੰ ਵੇਖਣਾ ਪਏਗਾ। ਕੂਵਟਾ ਦਾ ਮਤਲਬ ਛੋਟਾ ਜਿਹਾ ਖੂਹ,
ਤੇ ਖੂਹ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਇੱਕ ਟੈਕਨੀਕ ਵਰਤੀ ਜਾਂਦੀ ਸੀ। ਖੂਹ ਦੀ ਮਣ ਦੇ ਉੱਤੇ ਇੱਕ ਚਰਖੜੀ ਲੱਗੀ ਹੁੰਦੀ ਸੀ, ਜਿਨ੍ਹਾਂ ਨੇ ਪੁਰਾਣੇ ਪਿੰਡਾਂ ਵਿੱਚ ਵੇਖਿਆ। ਉਸ ਚਰਖੜੀ ਦੇ ਉੱਤੇ ਲੱਜ ਪਾਈ ਹੁੰਦੀ ਸੀ, ਰੱਸਾ, ਤੇ ਥੱਲੇ ਉਹਨੂੰ ਭਾਂਡਾ ਬੰਨਿਆ ਹੁੰਦਾ ਸੀ। ਉਸ ਭਾਂਡੇ ਨੂੰ ਥੱਲੇ ਲਮਕਾਉਣਾ ਤੇ ਹੌਲੀ ਹੌਲੀ ਲੱਜ ਢਿੱਲੀ ਛੱਡਦੇ ਰਹਿਣਾ, ਤੇ ਚਰਖੜੀ ਨੇ ਘੁੰਮ ਕੇ ਭਾਂਡਾ ਜਿਹੜਾ ਸੀ ਉਹ ਥੱਲੇ ਖੂਹ ਚਲਿਆ ਜਾਣਾ, ਪਾਣੀ ਦੇ ਤਲ ਤੇ ਭਰ ਜਾਣਾ ਤੇ ਭਾਰਾ ਹੋ ਜਾਣਾ। ਫਿਰ ਉਹਨੂੰ ਚਰਖੜੀ ਦੇ ਉੱਤੇ ਲੱਜ ਨੂੰ ਖਿੱਚਣਾ ਤੇ ਉਹ ਭਾਂਡਾ ਪਾਣੀ ਦਾ ਤਾਂ ਆ ਜਾ। ਕਹਿੰਦੇ ਨੇ ਇੱਕ ਛੋਟੀ ਜਿਹੀ ਖੂਹੀ ਹੈ, ਉਹਦੇ ਤੇ 5 ਚਰਖੜੀਆਂ ਲੱਗੀਆਂ ਨੇ ਪਾਣੀ ਕੱਢਣ ਵਾਸਤੇ। ਤੇ ਜਿਹੜਾ ਪਾਣੀ ਕੱਢਣ ਵਾਸਤੇ ਉੱਥੇ ਗਿਆ ਹੈ, ਹੈਰਾਨੀ ਦੀ ਗੱਲ ਹੈ ਵੀ ਖੂਹ ਵੀ ਮੌਜੂਦ ਹੈ, ਚਰਖੜੀਆਂ ਵੀ ਮੌਜੂਦ ਨੇ, ਪਰ ਲੱਜ ਹੈ ਨਹੀਂ ਉਹਦੇ ਕੋਲ। ਇੰਨੇ ਡੂੰਘੇ ਖੂਹੀ ਦੇ ਵਿੱਚੋਂ ਪਾਣੀ ਕਿਵੇਂ ਕੱਢੇਗਾ ਜੇ ਲੱਜ ਹੀ ਹੈ ਨਹੀਂ? ਤੇ ਖੂਹ ਦੇ ਪਾਣੀ ਹੋਇਆ ਜਾਂ ਨਾ ਹੋਇਆ ਉਹਦੇ ਵਾਸਤੇ ਤੇ ਇੱਕੋ ਹੀ ਜਿਹਾ ਹੀ ਹੈ। ਚਰਖੜੀਆਂ 5 ਹੋਣ, ਹਾਲਾਂਕਿ ਇੱਕ ਹੀ ਹੁੰਦੀ ਹੈ ਮੋਸਟਲੀ, ਪਰ ਕਹਿੰਦੇ ਨੇ 5 ਚਰਖੜੀਆਂ ਹੋਣ ਖੂਹ ਦੇ ਮਣ ਦੇ ਉੱਤੇ, ਕੰਢੇ ਦੇ ਉੱਤੇ ਲੱਗੀਆਂ, ਤੇ ਖੂਹ ਪਾਣੀ ਨਾਲ ਭਰਿਆ ਹੋਵੇ ਤੇ ਕੱਢਣ ਵਾਲੇ ਕੋਲ ਲੱਜ ਨਾ ਹੋਵੇ, ਤੇ ਪਾਣੀ ਕਿਵੇਂ ਕੱਢੇਗਾ? ਇੱਥੇ ਹੁਣ ਭਾਵ ਕੀ ਹੈ ਕਬੀਰ ਸਾਹਿਬ ਜੀ ਦਾ? ਕਹਿੰਦੇ ਆ ਜਿਹੜਾ ਸਰੀਰ ਹੈ ਨਾ, ਇਹ ਖੂਹ ਹੈ। 5 ਗਿਆਨ ਇੰਦਰੇ ਜਿਹੜੇ ਨੇ ਨਾ, ਉਹ ਚਰਖੜੀਆਂ ਨੇ। 5 ਗਿਆਨ ਇੰਦਰੇ ਕਿਹੜੇ ਨੇ? ਅੱਖਾਂ ਨਾਲ ਤੁਸੀਂ ਸੰਸਾਰ ਵੇਖਦੇ ਹੋ, ਨੱਕ ਨਾਲ ਸੁੰਘਦੇ ਹੋ, ਜ਼ੁਬਾਨ ਨਾਲ ਚੱਖਦੇ ਜਾਂ ਬੋਲਦੇ ਹੋ, ਕੰਨਾਂ ਨਾਲ ਸੁਣਦੇ ਹੋ, ਤੇ ਚਮੜੀ ਨਾਲ ਸਪਰਸ਼ ਕਰਦੇ ਹੋ, ਸਕਿਨ ਨਾਲ। ਇਹ 5 ਗਿਆਨ ਕਿਸੇ ਵੀ ਚੀਜ਼ ਨੂੰ ਸਮਝਣ ਵਾਸਤੇ ਤੁਹਾਡੇ 5 ਗਿਆਨ ਇੰਦਰੇ ਕੰਮ ਕਰਦੇ। ਕਹਿੰਦੇ ਨੇ 5 ਗਿਆਨ ਇੰਦਰੇ ਚਰਖੜੀਆਂ ਨੇ, ਸਰੀਰ ਰੂਪੀ ਖੂਹੀ ਦੇ ਨਾਲ ਲੱਗੀਆਂ ਹੋਈਆਂ, ਤੇ ਮੱਤ ਪਾਣੀ ਕੱਢਣ ਵਾਲੀ ਹੈ। ਪਰ ਪਾਣੀ, ਮੱਤ ਦੇ ਕੋਲ ਲੱਜ ਹੈ ਨਹੀਂ, ਰੱਸਾ ਹੈ ਨਹੀਂ, ਕਿਵੇਂ ਪਾਣੀ ਕੱਢੇਗੀ? ਇਹਦਾ ਮਤਲਬ ਹੈ ਵੀ ਸਰੀਰ ਦੇ ਵਿੱਚੋਂ 5 ਗਿਆਨ ਇੰਦਰਿਆਂ ਦੇ ਰਾਹੀਂ ਮੱਤ ਜਿਹੜੀ ਉਹ ਚਾਹੁੰਦੀ ਵੀ ਸਾਰੇ ਸੁੱਖ ਮੈਂ ਸਰੀਰ ਦੀਆਂ ਵਾਸ਼ਨਾਵਾਂ ਚੋਂ ਪੂਰੀਆਂ ਕਰ ਲਵਾਂ। 5 ਗਿਆਨ ਇੰਦਰਿਆਂ ਦੇ ਰਾਹੀਂ ਸਰੀਰ ਦੇ ਚਸਕੇ ਪੂਰੇ ਕਰਾਂ, ਮਾੜਾ ਵੇਖਾਂ, ਮਾੜਾ ਸੁਣਾ, ਮਾੜਾ ਸੋਚਾਂ, ਈਰਖਾ ਦਵੈਸ਼ ਕਰਾਂ, ਕੰਨਾਂ ਨਾਲ ਚੁਗਲੀ ਨਿੰਦਿਆ ਸੁਣਾ, ਜ਼ਬਾਨ ਨਾਲ ਭੋਜਨ ਪਦਾਰਥ ਚੱਖ ਲਵਾਂ, ਚੁਗਲੀ ਕਰ ਲਵਾਂ, ਸਪਰਸ਼ ਕਰ ਲਵਾਂ। ਇਹ ਜਿੰਨੇ ਵੀ ਸਵਾਦ ਚਸਕੇ ਨੇ, ਮੱਤ ਚਾਹੁੰਦੀ ਹੈ ਵੀ ਮੈਂ ਇਹਨਾਂ 5 ਗਿਆਨ ਇੰਦਰੀਆਂ ਦੇ ਨਾਲ ਸਰੀਰ ਦੇ ਰਾਹੀਂ ਪੂਰੇ ਕਰਕੇ ਤੇ ਸੁੱਖ ਕੱਢ ਲਵਾਂ ਜੀਵਨ ਦੇ ਵਿੱਚੋਂ, ਪਰ ਨਿਕਲਦਾ ਹੈ ਨਹੀਂ, ਕਿਉਂਕਿ ਉਹਦੇ ਕੋਲ ਲੱਜ ਨਹੀਂ, ਉਹਦੇ ਕੋਲ ਸਾਧਨ ਕੋਈ ਨਹੀਂ। ਉਹ ਜਿੰਨੇ ਚਸਕੇ 5 ਗਿਆਨ ਇੰਦਰੀਆਂ ਦੇ ਰਾਹੀਂ ਸਰੀਰ ਸਦਕਾ ਭੋਗਦੀ ਹੈ ਮੱਤ, ਉਹਨੂੰ ਸਵਾਦ ਆਉਂਦਾ ਹੈ, ਪਰ ਉਹਦੇ ਚੋਂ ਆਨੰਦ ਨਹੀਂ ਮਿਲਦਾ, ਸਕੂਨ ਨਹੀਂ ਮਿਲਦਾ। ਤੁਸੀਂ 10 ਘੰਟੇ ਚੁਗਲੀ ਕਰ ਲਓ ਕਿਸੇ ਦੀ, ਬਾਅਦ ਚ ਤੁਹਾਨੂੰ ਕੋਈ ਸੁੱਖ ਦੀ ਨਹੀਂ ਥੋੜਾ ਹੋਣੀ ਹੈ। ਤੁਸੀਂ ਈਰਖਾ ਕਰ ਲਓ, ਲਗਾਤਾਰ ਈਰਖਾ ਕਰੀ ਜਾਓ, ਘੰਟਿਆਂ ਬੱਧੀ ਕਿਸੇ ਬਾਰੇ ਮਾੜਾ ਸੋਚੀ ਜਾਓ, ਤੁਹਾਨੂੰ ਇਹਦੇ ਵਿੱਚੋਂ ਖੁਸ਼ੀ ਥੋੜਾ ਮਿਲੇਗੀ। ਜੇ ਤੁਸੀਂ ਘੰਟਿਆਂ ਬੱਧੀ ਕਿਸੇ ਪ੍ਰਤੀ ਮਾੜਾ ਸੋਚੀ ਜਾਓ ਲਗਾਤਾਰ, ਅਖੀਰ ਤੇ ਤੁਸੀਂ ਜਮਾ ਘਟਾਓ ਕਰਕੇ ਵੇਖਣਾ ਵੀ ਤੁਹਾਨੂੰ ਪ੍ਰੋਫਿਟ ਕੀ ਹੋਇਆ, ਤੁਹਾਡੇ ਪੱਲੇ ਕੀ ਪਿਆ ਹੈ ਸਾਰੀ ਪ੍ਰਕਿਰਿਆ ਚੋਂ, ਸਾਰੇ ਪ੍ਰੋਸੈਸ ਚੋਂ। ਇਹਦਾ ਮਤਲਬ ਹੈ, ਇਹਨੂੰ ਪਾਣੀ ਰਿੜਕਣਾ ਵੀ ਕਿਹਾ ਬਾਣੀ ਨੇ, ਕਿ ਪਾਣੀ ਚ ਮਧਾਣੀ ਪਾ ਕੇ ਰਿੜਕੀ ਜਾਓ। ਤੁਹਾਡੀ ਮਿਹਨਤ ਤਾਂ ਬੜੀ ਹੁੰਦੀ ਹੈ, ਪਰ ਉਹਦੇ ਚੋਂ ਨਿਕਲਦਾ ਕੁਝ ਨਹੀਂ। ਤਾਂ ਇਸੇ ਨੂੰ ਕਿਹਾ ਮਹਾਰਾਜ ਨੇ, ਚਸਕੇ ਹਨ 5 ਗਿਆਨ ਇੰਦਰੀਆਂ ਰਾਹੀਂ ਸਰੀਰ ਦੇ ਨਾਲ ਅਸੀਂ ਚਸਕੇ ਪੂਰੇ ਕਰਦੇ ਹਾਂ, ਵਿਕਾਰ ਭੋਗਦੇ ਹਾਂ, ਮੰਦਾ ਆਚਰਣ ਬਣਾਉਂਦੇ ਹਾਂ, ਮੱਤ ਨੂੰ 4 ਘੜੀਆਂ ਦਾ ਸਵਾਦ ਮਿਲਦਾ, ਬਾਅਦ ਵਿੱਚ ਫਿਰ ਬੰਦੇ ਦੇ ਅੰਦਰ ਉਹੀ ਤਕਲੀਫਾਂ, ਮੁਸ਼ਕਲਾਂ ਤੇ ਦੁੱਖ ਨੇ, ਸੁੱਖ ਨਹੀਂ ਨਿਕਲਦਾ, ਕਿਉਂਕਿ ਇਹਦੇ ਕੋਲ ਵਿਵੇਕ ਦੀ ਲੱਜ ਨਹੀਂ ਹੈ। ਵਿਵੇਕ ਦਾ ਮਤਲਬ ਹੁੰਦਾ ਹੈ ਉੱਚੀ ਸਮਝ। ਗੁਰੂ ਨਾਨਕ ਮਹਾਰਾਜ ਕੋਲ ਉੱਚੀ ਸਮਝ ਹੈ, ਭਗਤ ਕਬੀਰ ਸਾਹਿਬ ਮਹਾਰਾਜ ਕੋਲ ਉੱਚੀ ਸਮਝ ਹੈ, ਉਹਨਾਂ ਕੋਲ ਵੀ ਅੱਖਾਂ ਨੇ, ਇਹ 5 ਗਿਆਨ ਇੰਦਰੇ ਨੇ, 5 ਦੇਹੀ ਹੈ, ਪਰ ਕਰਨੀ ਕਿੱਡੀ ਉੱਚੀ ਹੈ। ਸਾਡੇ ਕੋਲ ਵੀ 5 ਗਿਆਨ ਇੰਦਰੇ ਤੇ ਦੇਹੀ ਹੈ, ਮੱਤ ਵੀ ਸਾਡੇ ਕੋਲ ਹੈ, ਪਰ ਉਹਨਾਂ ਕੋਲ ਇੱਕ ਚੀਜ਼ ਉੱਤਮ ਹੈ, ਉਹ ਹੈ ਵਿਵੇਕ। ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ, ਉਹ ਸਾਡੇ ਕੋਲ ਲੱਜ ਹੈ ਨੇ।
ਉਹਨਾਂ ਕੋਲ ਲੱਜ ਹੈ ਵਿਵੇਕ ਦੀ, ਗਿਆਨ ਦੀ, ਸਮਝ ਦੀ। ਸਾਡੇ ਲਈ ਉਹ ਸਮਝ ਜਿਹੜੀ ਉਹ ਫਾਲਤੂ ਜੀ ਹੈ, ਵਾਧੂ ਜੀ ਹੈ। ਉਹਨਾਂ ਵਾਸਤੇ ਸਮਝ ਸਭ ਤੋਂ ਉੱਚੀ ਚੀਜ਼ ਹੈ, ਜਿਹਦੇ ਰਾਹੀਂ ਉਹ ਸੁਖੀ ਨੇ, ਆਨੰਦਿਤ ਨੇ। ਤੇ ਇੱਥੇ ਬਖਸ਼ਿਸ਼ ਕਰ ਰਹੇ ਨੇ, ਕੋ ਕਬੀਰ ਇੱਕ ਬੁੱਧ ਵਿਚਾਰੀ। ਇਹ ਕਬੀਰ ਆਖ, ਮੈਂ ਇੱਕ ਬੜੇ ਉੱਚੇ ਖਿਆਲ ਦੀ ਵਿਚਾਰ ਕੀਤੀ ਹੈ, ਜੋ ਮੇਰੀ ਵਿਵੇਕ ਬੁੱਧੀ ਵਿੱਚੋਂ ਪੈਦਾ ਹੋਇਆ ਹੈ। ਨਾਉ ਕੂਟਾ ਨਾ ਪਨਿਹਾਰੀ। ਕਹਿੰਦੇ ਨੇ ਜਿਨ੍ਹਾਂ ਜੀਵਾਂ ਦੇ ਪੱਲੇ ਵਿਵੇਕ ਨਹੀਂ ਹੈ, ਸਮਝ ਨਹੀਂ ਹੈ, ਆਤਮ ਗਿਆਨ ਨਹੀਂ ਹੈ, ਗੁਰੂ ਦਾ ਉਪਦੇਸ਼ ਨਹੀਂ ਹੈ, ਉਹਨਾਂ ਵਾਸਤੇ ਨਾ ਇਹਨਾਂ ਪੰਜ ਗਿਆਨ ਇੰਦਰੀਆਂ ਦਾ ਕੋਈ ਚੰਗਾ ਲਾਭ ਹੈ ਤੇ ਨਾ ਸਰੀਰ ਦਾ ਉਹਨਾਂ ਲਈ ਕੋਈ ਲਾਭ ਹੈ। ਉਹ ਆਪਣੇ ਗਿਆਨ ਇੰਦਰੀ ਤਥਾ ਸਰੀਰ ਔਰ ਆਪਣੇ ਸਰੀਰ ਦੀਆਂ ਸਾਰੀਆਂ ਤਾਕਤਾਂ ਵਿਅਰਥ ਹੀ ਗਵਾਉਂਦੇ ਨੇ, ਅਜਾਈਂ ਹੀ ਗਵਾ ਲੈਂਦੇ ਨੇ। ਦੌੜ ਭੱਜ ਬਹੁਤ ਕਰਦੇ ਨੇ, ਪਰ ਜੀਵਨ 'ਚ ਕੋਈ ਸੁੱਖ ਨਹੀਂ, ਕੋਈ ਆਨੰਦ ਨਹੀਂ, ਕੋਈ ਸੈਟਿਸਫੈਕਸ਼ਨ ਨਹੀਂ, ਕੋਈ ਟਿਕਾਓ ਨਹੀਂ ਹੈ। ਇਸ ਲਈ ਉਹਨਾਂ ਦੀ ਇਸ ਸਾਰੀ ਜੋ ਰੱਬ ਨੇ ਉਹਨਾਂ ਨੂੰ ਦਾਤਾਂ ਦਿੱਤੀਆਂ ਨੇ, ਇਹਦੇ ਵਿੱਚੋਂ ਵੀ ਉਹਨਾਂ ਨੂੰ ਕੁਝ ਹਾਸਲ ਨਹੀਂ ਹੁੰਦਾ। ਤੋ ਗਰੀਬ ਨਵਾਜ਼ ਮਿਹਰ ਕਰਨ ਸ਼ਬਦ ਦਾ ਜੋ ਭਾਵ ਹੈ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।